सत श्री अकाल। तुसीं देख रहे हो पंजाब मेल यूएसए टीवी। मैं सुखदीप कौर संधू। खबरां दे इस बुलेटिन विच तुहाडा स्वागत है। पहला पेश ने चोणवीआं खबरां। जोगिंदर उगराहां दा वड्डा ऐलान, कैप्टन दे घर मूहरे लगेगा किसानां दा धरना। दिल्ली च 31 मई तक वधी तालाबंदी। खेती कानूनां ते गलबात फिर शुरू करन लई किसानां ने पीएम मोदी नूं लिखी चिट्ठी। संयुक्त किसान मोर्चे ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਰੋਨਾ ਫੈਲਾਉਣ ਦਾ ਦੋਸ਼ ਸਰਕਾਰਾਂ ਕਿਸਾਨਾਂ ਸਿਰ ਨਾ ਮੜਨ। ਸਿਮਰਜੀਤ ਸਿੰਘ ਬੈਂਸ ਕੋਵਿਡ-19 ਪ੍ਰੋਟੋਕਾਲ ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਮੀਡੀਆ ਸਾਹਮਣੇ ਮੁਆਫੀ ਮੰਗੇ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਆਗੂਆਂ ਨਾਲ ਖੁਦ ਗੱਲ ਕਰਨ ਪ੍ਰਧਾਨ ਮੰਤਰੀ ਮੋਦੀ। ਵਿਰੋਧੀਆਂ ਦੇ ਕਹਿਣ ਨਾਲ ਕਾਂਗਰਸ ਦਾ ਜਹਾਜ਼ ਨਹੀਂ ਡੁੱਬੇਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ 26 ਮਈ ਨੂੰ ਮੋਦੀ ਸਰਕਾਰ ਵਿਰੁੱਧ ਦੇਸ਼ ਵਿਆਪੀ ਕਾਲਾ ਦਿਵਸ ਮਨਾਉਣ ਤੋਂ ਬਾਅਦ ਜਥੇਬੰਦੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ 'ਚ 3 ਦਿਨਾਂ ਲਈ 28, 29 ਅਤੇ 30 ਮਈ ਦਿਨ ਰਾਤ ਦਾ ਧਰਨਾ ਦਿੱਤਾ ਜਾਵੇਗਾ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਹੋਰਨਾਂ ਆਗੂਆਂ ਨੇ ਚੰਡੀਗੜ੍ਹ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਇਸ ਲਈ ਕਿਸਾਨ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਕਿਸਾਨੀ ਮੋਰਚੇ ਦੇ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਲਈ ਵਿੱਢੇ ਘੋਲ ਦੇ ਨਾਲ ਕੈਪਟਨ ਸਰਕਾਰ ਵਿਰੁੱਧ ਵੀ ਸੰਘਰਸ਼ ਚਲਾਇਆ ਜਾਵੇ। ਕੋਕਰੀ ਕਲਾਂ ਨੇ ਕਿਹਾ ਹੈ ਕਿ ਜਥੇਬੰਦੀ ਵੱਲੋਂ ਹਾਲ ਦੀ ਘੜੀ 3 ਦਿਨ ਦੇ ਧਰਨੇ ਦਾ ਐਲਾਨ ਕੀਤਾ ਗਿਆ ਹੈ। ਬਾਅਦ ਵਿੱਚ ਅਗਲੇ ਐਕਸ਼ਨ ਬਾਰੇ ਵਿਚਾਰ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੋਦੀ ਤੇ ਕੈਪਟਨ ਸਰਕਾਰ ਨੂੰ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ 'ਚ ਪੂਰੀ ਤਰ੍ਹਾਂ ਨਾਕਾਮ ਕਰਾਰ ਦਿੰਦਿਆਂ ਕਿਹਾ ਹੈ ਕਿ ਸਰਕਾਰੀ ਸਿਹਤ ਸਹੂਲਤਾਂ ਤਰਸਦੇ ਲੋਕ ਦਿਨ ਰਾਤ ਕਰ ਰਹੇ ਹਨ ਅਤੇ ਸਰਕਾਰਾਂ ਤਮਾਸ਼ਬੀਨ ਬਣੀਆਂ ਹੋਈਆਂ ਹਨ। ਉਹਨਾਂ ਨੇ ਕਿਹਾ ਹੈ ਕਿ ਦਿੱਲੀ ਤੇ ਪੰਜਾਬ 'ਚ ਲੱਗੇ ਮੋਰਚਿਆਂ ਤੇ ਵੀ ਕਿਸਾਨਾਂ ਨੂੰ ਕੋਰੋਨਾ ਤੋਂ ਬਚਾਅ ਲਈ ਖੁਦ ਹੀ ਪ੍ਰਬੰਧ ਕਰਨੇ ਪੈ ਰਹੇ ਨੇ। ਸ਼੍ਰੀ ਕੋਕਰੀ ਨੇ ਦੱਸਿਆ ਹੈ ਕਿ ਦਿੱਲੀ ਮੋਰਚੇ 'ਚ ਦਵਾਈਆਂ, ਆਕਸੀਜਨ, ਆਕਸੀਮੀਟਰ ਤੇ ਹੋਰ ਸਾਰੇ ਬੰਦੋਬਸਤ ਕੀਤੇ ਗਏ ਹਨ, ਪਰ ਕਿਸੇ ਵੀ ਸਰਕਾਰ ਨੇ ਕਿਸਾਨਾਂ ਦਾ ਹਾਲ ਨਹੀਂ ਪੁੱਛਿਆ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ 26 ਮਈ ਵਾਲੇ ਦਿਨ ਜਿਹੜਾ ਸੰਯੁਕਤ ਮੋਰਚੇ ਵੱਲੋਂ ਬਲੈਕ ਦਿਨ ਮਨਾਉਣ ਦਾ ਫੈਸਲਾ ਕੀਤਾ ਹੈ ਉਹਦੇ ਸੰਬੰਧ 'ਚ 26 ਮਈ ਦਾ ਦਿਨ ਮਹੱਤਵਪੂਰਨ ਦਿਨ ਇਸ ਕਰਕੇ ਹੈ ਕਿ 26 ਮਈ ਨੂੰ ਦਿੱਲੀ ਦੇ ਮੋਰਚੇ ਨੂੰ ਪੂਰੇ 6 ਮਹੀਨੇ ਹੋ ਜਾਣੇ ਆ ਤੇ ਮੋਦੀ ਸਰਕਾਰ ਨੂੰ ਬਣੀ ਨੂੰ ਪੂਰੇ 7 ਸਾਲ ਹੋ ਜਾਣੇ ਆ। ਇਹਦੀ ਇਹ ਮਹੱਤਤਾ ਹੈ ਕਿ ਉਹਦੇ 7 ਸਾਲਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕੀ ਕੀਤਾ ਤੇ ਮੋਰਚੇ ਨੇ ਲੱਗੇ ਮੋਰਚੇ ਨੇ ਦੇ ਸੰਬੰਧ 'ਚ ਸਰਕਾਰ ਦਾ ਜਿਹੜਾ ਰਵੱਈਆ ਰਿਹਾ ਕਿਸਾਨਾਂ ਨਾਲ ਉਹਦੇ ਰੋਸ ਪ੍ਰਦਰਸ਼ਨ ਵਜੋਂ ਸਾਰੇ ਪੰਜਾਬ ਦੇ ਪਿੰਡਾਂ 'ਚ ਘਰਾਂ ਤੇ ਵਹੀਕਲਾਂ ਦੇ ਉੱਤੇ ਕਾਲੇ ਝੰਡੇ ਲਾਉਣੇ ਤੇ ਉਹ ਸਾਰੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ 12 ਵਜੇ ਤੋਂ ਆਰਥੀ ਫੂਕ ਮੁਜ਼ਾਹਰੇ ਕਰਨੇ। ਜਿਹੜੇ ਪੰਜਾਬ ਦੇ ਵਿੱਚ ਲੱਗੇ ਮੋਰਚੇ ਨੇ ਉਹ ਮੋਰਚਿਆਂ ਦੇ ਵਿੱਚ ਆਰਥੀ ਫੂਕ ਮੁਜ਼ਾਹਰੇ ਕਰਨ ਦਾ ਫੈਸਲਾ ਸੰਯੁਕਤ ਮੋਰਚੇ ਨੇ ਕੀਤਾ। ਦਿੱਲੀ 'ਚ ਲਾਈ ਗਈ ਤਾਲਾਬੰਦੀ ਦੀ ਮਿਆਦ 31 ਮਈ ਸਵੇਰੇ 5 ਵਜੇ ਤੱਕ ਵਧਾ ਦਿੱਤੀ ਗਈ ਹੈ। ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਯਾਨੀ ਕਿ ਐਤਵਾਰ ਨੂੰ ਪ੍ਰੈਸ ਕਾਨਫਰੰਸ 'ਚ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾ ਕੇਸ ਘਟਣ ਤੇ ਅਸੀਂ ਦਿੱਲੀ ਨੂੰ 31 ਮਈ ਤੋਂ ਬਾਅਦ ਅਨਲੌਕ ਕਰਾਂਗੇ। ਉਦੋਂ ਤੱਕ ਸਾਡੀ ਕੋਰੋਨਾ ਖਿਲਾਫ ਜੰਗ ਜਾਰੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਸੀਆਂ ਦੀ ਰਾਏ ਮੁਤਾਬਿਕ ਹੀ ਤਾਲਾਬੰਦੀ ਨੂੰ 1 ਹਫ਼ਤੇ ਲਈ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਦਿੱਲੀ 'ਚ 18 ਅਪ੍ਰੈਲ ਤੋਂ ਸ਼ੁਰੂ ਹੋਈ ਤਾਲਾਬੰਦੀ ਭਲਕੇ ਯਾਨੀ ਕਿ 24 ਮਈ ਨੂੰ ਖਤਮ ਹੋਣ ਵਾਲੀ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਇਸ ਨੂੰ 1 ਹਫ਼ਤੇ ਹੋਰ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਹੁਣ ਦਿੱਲੀ ਵਿੱਚ 31 ਮਈ ਤੱਕ ਤਾਲਾਬੰਦੀ ਜਾਰੀ ਰਹੇਗੀ। ਕੇਜਰੀਵਾਲ ਨੇ ਕਿਹਾ ਕਿ ਤਾਲਾਬੰਦੀ ਰਹਿਣ ਕਾਰਨ ਦਿੱਲੀ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਤਾਲਾਬੰਦੀ ਤੋਂ ਬਾਅਦ ਕੋਰੋਨਾ ਤੇ ਕਾਬੂ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਘੱਟ ਲੋਕ ਪੀੜਤ ਪਾਏ ਜਾ ਰਹੇ ਨੇ। ਦਿੱਲੀ 'ਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਕੁੱਲ 1600 ਨਵੇਂ ਮਾਮਲੇ ਸਾਹਮਣੇ ਆਏ ਨੇ। ਵਾਇਰਸ ਦੀ ਦਰ ਡਿੱਗ ਕੇ 2.5% ਹੋਈ ਹੈ। ਅਪ੍ਰੈਲ 'ਚ ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਵਾਇਰਸ ਦਰ 36% ਤੱਕ ਪਹੁੰਚ ਗਈ ਸੀ।
ਸਰਕਾਰ ਅਤੇ ਕਿਸਾਨਾਂ ਵਿਚਾਲੇ ਪਿਛਲੇ 4 ਮਹੀਨੇ ਤੋਂ ਬੰਦ ਗੱਲਬਾਤ ਮੁੜ ਸ਼ੁਰੂ ਹੋ ਸਕਦੀ ਹੈ ਕਿਉਂਕਿ ਕਿਸਾਨਾਂ ਨੇ ਗੱਲਬਾਤ ਸ਼ੁਰੂ ਕਰਨ ਦੀ ਪਹਿਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕੋਰੋਨਾ ਮਹਾਮਾਰੀ ਦੇ ਦਰਮਿਆਨ ਚੱਲ ਰਹੇ ਧਰਨੇ ਨੂੰ ਕਿਸਾਨਾਂ ਦੀ ਮੰਗ ਪੂਰੀ ਕਰਕੇ ਖਤਮ ਕਰਵਾਉਣ ਦਾ ਪ੍ਰਸਤਾਵ ਸਰਕਾਰ ਦੇ ਸਾਹਮਣੇ ਰੱਖਿਆ। ਹਾਲੇ ਤੱਕ ਕਿਸੇ ਵੱਲੋਂ ਵੀ ਪਹਿਲ ਨਾ ਹੋਣ ਕਾਰਨ ਗੱਲ ਰੁਕੀ ਹੋਈ ਸੀ, ਜੋ ਹੁਣ ਕਿਸਾਨਾਂ ਦੇ ਚਿੱਠੀ ਤੋਂ ਬਾਅਦ ਸ਼ੁਰੂ ਹੋਣ ਦੀ ਉਮੀਦ ਹੈ। ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਬਲਵੀਰ ਸਿੰਘ ਰਾਜੇਵਾਲ, ਦਰਸ਼ਨਪਾਲ, ਗੁਰਨਾਮ ਸਿੰਘ ਚੜੂਨੀ, ਹਨਾਨ ਮੋਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ, ਅਭਿਮਨਿਊ ਕੋਹਾੜ ਵੱਲੋਂ ਭੇਜੀ ਗਈ ਚਿੱਠੀ 'ਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਕੋਰੋਨਾ ਮਹਾਮਾਰੀ ਚੱਲ ਰਹੀ ਹੈ, ਅਜਿਹੇ 'ਚ ਸਰਕਾਰ ਗੱਲਬਾਤ ਕਰਕੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰੇ ਤਾਂ ਉਹ ਆਰਾਮ ਨਾਲ ਆਪਣੇ ਘਰ ਚਲੇ ਜਾਣਗੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੋਰੋਨਾ ਫੈਲਾਉਣ ਦਾ ਦੋਸ਼ ਸਰਕਾਰਾਂ ਕਿਸਾਨਾਂ ਦੇ ਸਿਰ ਮੜ ਰਹੀਆਂ ਨੇ, ਜਦਕਿ ਜ਼ਮੀਨੀ ਹਕੀਕਤ ਹੈ ਕਿ ਸਰਕਾਰਾਂ ਸਿਹਤ ਸਹੂਲਤਾਂ ਦੇਣ ਵਿੱਚ ਬੁਰੀ ਤਰ੍ਹਾਂ ਫੇਲ ਹੋ ਰਹੀਆਂ ਨੇ। ਉਹਨਾਂ ਕਿਹਾ ਕਿ ਹਸਪਤਾਲ ਵਿੱਚ ਸਿਹਤ ਸਹੂਲਤਾਂ ਦਾ ਦਿਵਾਲਾ ਨਿਕਲਿਆ ਪਿਆ ਹੈ, ਦਵਾਈਆਂ, ਵੈਕਸੀਨ, ਸਿਹਤ ਅਮਲੇ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਇਸ ਦਾ ਦੋਸ਼ ਵੀ ਕਿਸਾਨਾਂ ਸਿਰ ਮੜਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਧਰਨਿਆਂ ਵਿੱਚ ਧਰਨਾਕਾਰੀਆਂ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਜਿੱਥੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, ਉੱਥੇ ਕਾੜਾ ਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਨਹੀਂ ਕਰਦੀ ਤਾਂ ਕਿਸਾਨ ਯੂਪੀ ਅਤੇ ਉੱਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰਨਗੇ। ਭਾਜਪਾ ਹਾਈ ਕਮਾਂਡ ਨੇ ਹਾਲ ਹੀ ਵਿੱਚ ਹੋਈਆਂ 5 ਰਾਜਾਂ ਦੀਆਂ ਚੋਣਾਂ ਵਿੱਚ ਆਪਣਾ ਹਾਲ ਦੇਖ ਹੀ ਲਿਆ ਹੈ। ਉਹਨਾਂ ਨੇ ਕਿਹਾ ਕਿ 26 ਮਈ ਨੂੰ ਦੇਸ਼ ਭਰ ਵਿੱਚ ਕਾਲਾ ਦਿਵਸ ਮਨਾਉਣ ਤੇ ਲੋਕ ਘਰਾਂ ਵਿੱਚ ਕਾਲੇ ਝੰਡੇ ਲਹਿਰਾਉਣਗੇ। ਉਹਨਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਹਨਾਂ ਦੋਸ਼ਾਂ ਵਿੱਚ ਕੋਈ ਦਮ ਨਹੀਂ ਕਿ ਕਿਸਾਨ ਕੋਰੋਨਾ ਫੈਲਾ ਰਹੇ ਨੇ। ਪਿਛਲੇ ਦਿਨੀ ਇੱਕ ਚਿੱਠੀ ਹਰਿਆਣੇ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਲਿਖੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਹੈ ਭਈ ਮੋਰਚੇ ਦੀ ਜਗ੍ਹਾ ਕੁੰਡਲੀ ਤੇ ਟਿਕਰੀ ਇਹ ਕੋਵਿਡ ਸਪਰੈਡਰ ਬਣਦੇ ਜਾ ਰਹੇ ਨੇ। ਮੈਂ ਉਹਦੀ ਅਸਲੀਅਤ ਤੁਹਾਨੂੰ ਦੱਸਣੀ ਚਾਹੁੰਦਾ। ਉੱਥੇ ਕੋਈ ਕੋਵਿਡ ਨਹੀਂ। ਇੱਕ ਸਾਡੇ ਸਾਥੀ ਸਰ ਬਲਬੀਰ ਸਿੰਘ ਪਟਿਆਲੇ ਜ਼ਿਲ੍ਹੇ ਦੇ, ਉਹਨਾਂ ਦੀ ਸ਼ੂਗਰ ਘਟਣ ਨਾਲ ਮੌਤ ਹੋ ਗਈ, ਸ਼ਹੀਦ ਹੋ ਗਏ। ਤੇ ਇੱਕ ਲੁਧਿਆਣੇ ਜ਼ਿਲ੍ਹੇ ਦੇ ਸਰ ਮਹਿੰਦਰ ਸਿੰਘ ਫੁੱਲਾਂਵਾਲ ਪਿੰਡ ਤੋਂ, ਉਹਨਾਂ ਨੂੰ ਰਾਤ ਨੂੰ ਹਾਰਟ ਅਟੈਕ ਹੋਇਆ, ਉਹ ਸ਼ਹੀਦ ਹੋ ਗਏ। ਤੇ ਦੋਨਾਂ ਨੂੰ ਪੋਸਟਮਾਰਟਮ ਵਾਸਤੇ ਸੋਨੀਪਤ ਲੈ ਕੇ ਗਏ। ਸੋਨੀਪਤ ਪੋਸਟਮਾਰਟਮ ਦੋਨਾਂ ਦਾ ਹੋ ਗਿਆ। ਤੇ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਸੱਜਣ ਸੀ, ਪੋਸਟਮਾਰਟਮ ਤੋਂ ਬਾਅਦ ਉਹਦੇ ਤੇ ਲਿਖਤਾ ਜੀ ਇਹ ਤਾਂ ਕੋਵਿਡ ਕੇਸ ਹੈ। ਲੋਕ ਇਨਸਾਫ ਪਾਰਟੀ ਦੇ ਚੀਫ ਜਸਟਿਸ ਸਿਮਰਜੀਤ ਸਿੰਘ ਬੈਂਸ ਨੇ ਕੋਵਿਡ-19 ਪ੍ਰਾਈਵੇਟ ਹਸਪਤਾਲ ਵੱਲੋਂ ਕੋਰੋਨਾ ਦੇ ਮਰੀਜ਼ਾਂ ਨੂੰ ਲੁੱਟਣ ਲਈ ਹਸਪਤਾਲਾਂ ਅਤੇ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਗਾਏ ਨੇ। ਨਿੱਜੀ ਹਸਪਤਾਲ ਦੇ ਕੋਰੋਨਾ ਮਰੀਜ਼ਾਂ ਤੋਂ ਇਲਾਵਾ ਉਹ ਆਮ ਮਰੀਜ਼ਾਂ ਨੂੰ ਵੀ ਲੁੱਟਣ ਦੀ ਹਰ ਕੋਸ਼ਿਸ਼ ਕਰ ਰਹੇ ਨੇ। ਇਸ ਦੇ ਨਾਲ ਹੀ ਸਰਕਾਰ ਅਤੇ ਪ੍ਰਸ਼ਾਸਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਸਭ ਕੁਝ ਜਾਣਨ ਤੋਂ ਬਾਅਦ ਵੀ ਨਿੱਜੀ ਹਸਪਤਾਲ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਵਿੱਚ ਕੋਰੋਨਾ ਮਰੀਜ਼ਾਂ ਦੀ ਲੁੱਟ ਬਾਰੇ ਕਿਹਾ, ਪੰਜਾਬ ਵਿੱਚ ਵੱਧ ਰਹੇ ਕੋਵਿਡ-19 ਦੇ ਸੰਬੰਧ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਸਮੇਤ ਨਿੱਜੀ ਹਸਪਤਾਲ ਦੀ ਮਿਲੀ ਭੁਗਤ ਦਾ ਦੋਸ਼ ਲਾਇਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਨਿਰਧਾਰਿਤ ਕੀਤਾ ਹੈ ਕਿ ਕੋਰੋਨਾ ਮਰੀਜ਼ਾਂ ਲਈ ਸਰਕਾਰੀ ਰੇਟ 50% ਘਟਾ ਦਿੱਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 22 ਜ਼ਿਲ੍ਹਿਆਂ ਵਿੱਚੋਂ ਨਿੱਜੀ ਹਸਪਤਾਲਾਂ ਦੇ ਲੋਕਾਂ ਖਿਲਾਫ ਲੋਕ ਇਨਸਾਫ ਪਾਰਟੀ ਦੀ ਟੀਮ ਬਣਾ ਕੇ ਸਖਤ ਕਦਮ ਉਠਾ ਰਹੇ ਨੇ। ਉਹਨਾਂ ਕਿਹਾ ਹੈ ਕਿ ਨਿੱਜੀ ਹਸਪਤਾਲਾਂ ਵਿੱਚ ਸਬਰ ਨਾ ਕਰੋ ਹਸਪਤਾਲਾਂ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਜੋ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਵਧੇਰੇ ਪੈਸਾ ਕਮਾਉਂਦੀ ਹੈ ਅਤੇ ਜੇਕਰ ਕੋਈ ਹਸਪਤਾਲ ਵਧੇਰੇ ਪੈਸੇ ਦੀ ਬਜਾਏ ਬੈਠਦਾ ਹੈ ਤਾਂ ਪਬਲਿਕ ਜਸਟਿਸ ਪਾਰਟੀ ਇਸ ਦਾ ਹੱਕ ਲੈ ਕੇ ਇਸ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ। ਪਾਲ ਦੱਤ ਨੇ 22 ਜ਼ਿਲ੍ਹਿਆਂ ਵਿੱਚ ਆਪਣੀ ਲੋਕ ਇਨਸਾਫ ਪਾਰਟੀ ਦੇ ਮੈਂਬਰਾਂ ਦੇ ਟੈਲੀਫੋਨ ਨੰਬਰਾਂ ਦੀ ਸੂਚੀ ਜਾਰੀ ਕੀਤੀ ਹੈ ਤੇ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਵੀ ਦਿੱਤੀ ਹੈ। ਸੋ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੇ ਪ੍ਰਾਈਵੇਟ ਵੱਡੇ ਛੋਟੇ ਹਸਪੀਟਲ ਕਰੋਨਾ ਦੀ ਮਹਾਮਾਰੀ ਦੇ ਸਮੇਂ ਦੇ ਵਿੱਚ ਆਪਣੇ ਘਰ ਕੋਠੇ ਭਰਨਗੇ, ਕਰੋਨਾ ਮਰੀਜ਼ਾਂ ਨੂੰ ਲੁੱਟ ਰਿਹਾ ਸੀ, ਇੱਕ ਕੰਪੈਰੀਜ਼ਨ ਲੈ ਕੇ ਤੁਹਾਡੇ ਕੋਲੇ ਆਏ ਆ। ਲੁਧਿਆਣਾ, ਜਲੰਧਰ, ਮੋਹਾਲੀ, ਅੰਮ੍ਰਿਤਸਰ, ਚਾਹੇ ਉਹ CMC ਆ, ਉਹ DMC ਆ, ਉਹ ਪੋਲੋ ਆ, ਫੋਰਟਿਸ ਆ, ਅਸੀਂ ਉਹਨਾਂ ਦੇ ਰੇਟ ਤੁਹਾਡੇ ਕੋਲ ਲੈ ਕੇ ਆਏ। ਹੈਰਾਨੀਜਨਕ ਖੁਲਾਸਾ ਨਾਨ ਕੋਵਿਡ ਪੇਸ਼ੈਂਟ ਤੇ ਕੋਵਿਡ ਪੇਸ਼ੈਂਟ, ਇੱਕ ਨੂੰ ਕਰੋਨਾ ਹੋਇਆ, ਇੱਕ ਨੂੰ ਨਹੀਂ ਹੋਇਆ। ਤੁਸੀਂ ਰੇਟਾਂ ਦਾ ਅੰਤਰ ਦੇਖ ਕੇ ਦੰਗ ਰਹਿ ਜਾਓਗੇ, ਸੁਣ ਕੇ ਹੈਰਾਨ ਰਹਿ ਜਾਓਗੇ। ਨਾਨ ਕੋਵਿਡ ਆਮ ਬੈੱਡ 2000 ਰੁਪਏ ਦਾ ਤੇ ਕੋਵਿਡ ਮਰੀਜ਼ ਵਾਸਤੇ 6 ਤੋਂ 7000 ਦਾ, 3000 ਰੁਪਇਆ ਆਕਸੀਜਨ ਬੈੱਡ ਨਾਨ ਕੋਵਿਡ ਤੇ ਕਰੋਨਾ ਮਰੀਜ਼ ਵਾਸਤੇ 10 ਤੋਂ 15000 ਰੁਪਏ ਦਾ।
ਆਮ ਮਰੀਜ਼ ਵਾਸਤੇ ਵੈਂਟੀਲੇਟਰ ਬੈੱਡ 7 ਤੋਂ 8000 ਦਾ ਤੇ ਕਰੋਨਾ ਮਰੀਜ਼ ਵਾਸਤੇ ਵੈਂਟੀਲੇਟਰ ਬੈੱਡ 18 ਤੋਂ 20000 ਰੁਪਏ ਤੱਕ ਦਾ। ਇਸੇ ਤਰੀਕੇ ਦਵਾਈਆਂ ਦੇ ਵਿੱਚ ਕਾਲਾਬਾਜ਼ਾਰੀ ਹੋ ਰਹੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਵੀ ਰਾਘਵ ਚੱਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਭੇਜ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਆਗੂਆਂ ਨਾਲ ਮੁੜ ਗੱਲਬਾਤ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਪੱਤਰ ਵਿੱਚ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਵਿਧਾਇਕ ਰਾਘਵ ਚੱਡਾ ਨੇ ਕਿਹਾ ਹੈ ਕਿ ਪਿਛਲੇ ਕਰੀਬ 6 ਮਹੀਨੇ ਤੋਂ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਸੰਬੰਧੀ ਬਣਾਏ 3 ਕਾਨੂੰਨ ਵਾਪਸ ਲੈਣ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਸੰਘਰਸ਼ ਦੇ ਦੌਰਾਨ ਕਿਸਾਨ ਹੁਣ ਤੱਕ ਆਪਣੇ 470 ਸਾਥੀਆਂ ਨੂੰ ਗੁਆ ਚੁੱਕੇ ਹਨ, ਜੋ ਕਿ ਅਤੀ ਮੰਦਭਾਗੀ ਤੇ ਦਰਦਨਾਕ ਹੈ। ਆਪ ਆਗੂਆਂ ਨੇ ਕਿਹਾ ਹੈ ਕਿ ਭਾਵੇਂ ਇਸ ਸਮੱਸਿਆ ਦਾ ਹੱਲ ਕੱਢਣ ਅਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਸੰਬੰਧੀ ਕਿਸਾਨਾਂ ਦੇ ਨੁਮਾਇੰਦਿਆਂ ਅਤੇ ਸਰਕਾਰ ਦੇ ਮੰਤਰੀਆਂ ਵਿਚਾਲੇ 11 ਵਾਰ ਦੀ ਵਾਰਤਾ ਹੋ ਚੁੱਕੀ ਹੈ, ਪਰੰਤੂ ਅਜੇ ਤੱਕ ਇਸ ਸੰਬੰਧੀ ਕੋਈ ਵੀ ਸਿੱਟਾ ਨਹੀਂ ਨਿਕਲਿਆ। ਸਰਕਾਰ ਨੇ 22 ਜਨਵਰੀ 2021 ਤੋਂ ਬਾਅਦ ਕਿਸਾਨਾਂ ਨਾਲ ਗੱਲਬਾਤ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਹੈ, ਜੋ ਕਿਸਾਨਾਂ ਸਮੇਤ ਪੂਰੇ ਰਾਸ਼ਟਰ ਹਿੱਤ ਵਿੱਚ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਖੇਤੀ ਤੋਂ ਬਿਨਾਂ ਇਸ ਦੇਸ਼ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮੌਜੂਦਾ ਕਰੋਨਾ ਕਾਲ ਦੌਰਾਨ ਵੀ ਖੇਤੀ ਖੇਤਰ ਨੂੰ ਛੱਡ ਕੇ ਬਾਕੀ ਸਾਰੇ ਖੇਤਰਾਂ ਵਿੱਚ ਜ਼ਬਰਦਸਤ ਮੰਦੀ ਦਰਜ ਕੀਤੀ ਗਈ ਹੈ। ਖੇਤੀ ਖੇਤਰ ਦੇ ਮਜ਼ਬੂਤ ਹੋਣ ਨਾਲ ਹੀ ਪੰਜਾਬ ਸਮੇਤ ਬਾਕੀ ਸਾਰੇ ਦੇਸ਼ ਦਾ ਪੇਂਡੂ ਢਾਂਚਾ ਬਚਿਆ ਰਹਿ ਸਕੇਗਾ। ਉਹਨਾਂ ਕਿਹਾ ਕਿ ਦੇਸ਼ ਦਾ ਅਨਾਜ ਭੰਡਾਰ ਭਰਨ ਸਮੇਤ ਹਰ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇਣ ਵਾਲੇ ਦੇਸ਼ ਦੇ ਕਿਸਾਨਾਂ ਨੂੰ ਕਰੋਨਾ ਕਾਲ ਵਿੱਚ ਆਪਣੀ ਜਾਨ ਉੱਤੇ ਖੇਡਦਿਆਂ ਆਪਣੀਆਂ ਮੰਗਾਂ ਲਈ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਦੇਸ਼ ਦਾ ਕਿਸਾਨ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਸਮੇਤ ਆਪਣਾ ਘਰ-ਬਾਰ ਛੱਡ ਕੇ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹਨ, ਜੋ ਮਨੁੱਖੀ ਹੱਕਾਂ ਦੇ ਵੀ ਵਿਰੁੱਧ ਹੈ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ, ਪੂਰੇ ਦੇਸ਼ ਨੂੰ ਪਤਾ ਹੈ ਕਿ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਕਿਸਾਨ ਲਗਭਗ 6 ਮਹੀਨਿਆਂ ਤੋਂ ਦਿੱਲੀ ਦੇ ਆਲੇ-ਦੁਆਲੇ ਜਿਹੜੇ ਬਾਰਡਰ ਨੇ ਉੱਥੇ ਬੈਠੇ ਉਹ ਪ੍ਰਦਰਸ਼ਨ ਕਰ ਰਹੇ ਨੇ ਕਾਲੇ ਕਾਨੂੰਨਾਂ ਦੇ ਖਿਲਾਫ, ਜੋ ਖੇਤੀ ਨਾਲ ਸੰਬੰਧਿਤ ਨੇ, ਉਹਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ। ਇਸ ਦੌਰਾਨ ਉਹ ਜਿਹੜੇ ਕਿਸਾਨ ਨੇ, ਜਿਹੜੇ ਧਰਨੇ ਤੇ ਬੈਠੇ ਨੇ, ਪ੍ਰਦਰਸ਼ਨ ਤੇ ਬੈਠੇ ਨੇ, ਉਹ ਲਗਭਗ ਆਪਣੇ 470 ਸਾਥੀਆਂ ਨੂੰ ਖੋ ਚੁੱਕੇ ਨੇ, ਜਾਨ ਗਵਾ ਚੁੱਕੇ 470 ਕਿਸਾਨ, ਜਿਹੜਾ ਕਿ ਬਹੁਤ ਦੁਖਦਾਇਕ ਹੈ, ਬਹੁਤ ਦਰਦਨਾਕ ਹੈ। 11 ਵਾਰ ਪ੍ਰਧਾਨ ਮੰਤਰੀ ਜੀ ਉਹਨਾਂ ਨਾਲ ਗੱਲਬਾਤ ਸਰਕਾਰ ਦੀ ਹੋ ਚੁੱਕੀ ਹੈ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਪਿਛਲੇ ਕੁਝ ਦਿਨਾਂ ਤੋਂ ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਦੇ ਕਾਰਨ ਸਾਰੇ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਕਰੀਬ 10 ਦਿਨਾਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਫਾਈ ਆਗੂਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਹੈ। ਤ੍ਰਿਪਤ ਬਾਜਵਾ ਨੇ ਕਿਹਾ ਹੈ ਕਿ ਪਹਿਲਾਂ ਹੀ ਕੋਰੋਨਾ ਦੇ ਨਾਲ ਲੋਕ ਜੂਝ ਰਹੇ ਹਨ ਅਤੇ ਹੁਣ ਗੰਦਗੀ ਦੇ ਨਾਲ ਵੀ ਲੋਕ ਜੂਝ ਰਹੇ ਨੇ, ਜਿਸ ਤੇ ਸਫਾਈ ਆਗੂਆਂ ਅਤੇ ਕਰਮਚਾਰੀਆਂ ਨੇ ਆਪਣੀ ਹੜਤਾਲ ਕੁਝ ਦਿਨਾਂ ਲਈ ਮੁਅੱਤਲ ਕਰ ਦਿੱਤੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਹੜਤਾਲੀ ਸਫਾਈ ਕਰਮਚਾਰੀਆਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ। ਉਹਨਾਂ ਨੇ ਸਫਾਈ ਕਰਮਚਾਰੀਆਂ ਨੂੰ ਕਿਹਾ ਕਿ ਕਰੋਨਾ ਦੇ ਨਾਲ ਲੋਕ ਪਹਿਲਾਂ ਹੀ ਜੂਝ ਰਹੇ ਹਨ ਅਤੇ ਹੁਣ ਲੋਕ ਗੰਦਗੀ ਦੇ ਨਾਲ ਵੀ ਜੂਝਣਾ ਸ਼ੁਰੂ ਹੋ ਗਏ ਨੇ। ਮੰਤਰੀ ਬਾਜਵਾ ਨੇ ਕਿਹਾ ਕਿ ਅਸੀਂ ਤੁਹਾਡੀਆਂ ਮੰਗਾਂ ਸਰਕਾਰ ਤੱਕ ਪਹੁੰਚਾਵਾਂਗੇ ਅਤੇ ਤੁਹਾਡਾ ਜਾਇਜ਼ ਮੰਗਾਂ ਹੱਲ ਕਰਵਾਈਆਂ ਜਾਣਗੀਆਂ। ਕਿਸਾਨਾਂ ਵੱਲੋਂ ਫੂਕੇ ਗਏ ਮੰਤਰੀ ਬਾਜਵਾ ਦੇ ਪੁਤਲਿਆਂ ਤੇ ਮੰਤਰੀ ਬਾਜਵਾ ਨੇ ਕਿਹਾ ਕਿ ਮੈਂ ਕੋਈ ਕਿਸਾਨਾਂ ਦੇ ਖਿਲਾਫ ਗਲਤ ਬਿਆਨ ਨਹੀਂ ਦਿੱਤਾ ਹੈ, ਬਸ ਉਹਨਾਂ ਨੂੰ ਇਤਿਹਾਦ ਰੱਖਣ ਵਾਸਤੇ ਹੀ ਕਿਹਾ ਹੈ। ਅਗਰ ਮੇਰੀ ਮਾਫੀ ਦੇ ਨਾਲ ਕਿਸਾਨ ਖੁਸ਼ ਨੇ ਤਾਂ ਮੈਂ ਮਾਫੀ ਮੰਗਦਾ ਹਾਂ। ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਗਏ ਬਿਆਨ ਨੇ ਮੰਤਰੀ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦਾ ਜਹਾਜ਼ ਡੁੱਬਿਆ ਨਹੀਂ ਹੈ, ਜਹਾਜ਼ ਉੱਡ ਰਿਹਾ ਹੈ। ਇਹਨਾਂ ਮੁਲਤਵੀ ਕੀਤੀ ਹੈ। ਮੈਂ ਇਹਨਾਂ ਨੂੰ ਬੇਨਤੀ ਕਰਨ ਆਇਆ ਵੀ ਸਾਰਾ ਮੁਲਕ, ਸਾਰਾ ਸੂਬਾ ਇਸ ਵੇਲੇ ਮਹਾਮਾਰੀ ਦੀ ਚਪੇਟ 'ਚ ਆਇਆ ਪਿਆ। ਹਰ ਮੁਲਾਜ਼ਮ ਉਸ ਮਹਾਮਾਰੀ ਦੇ ਨਾਲ ਲੜਾਈ ਲੜ ਰਿਹਾ ਤੇ ਤੁਸੀਂ ਹੁਣ ਹੜਤਾਲ ਤੇ ਬਹਿ ਗਏ ਹੋ, ਇਹ ਚੰਗਾ ਨਹੀਂ ਲੱਗਦਾ। ਨਾਲੇ ਬਿਮਾਰੀ ਦੇ ਇੱਕ ਪਹਿਲਾਂ ਹੀ ਬੜੀ ਫੈਲੀ ਹੈ, ਜੇ ਗੰਦਗੀ ਸ਼ਹਿਰ 'ਚ ਹੋਰ ਫੈਲ ਗਈ ਤਾਂ ਹੋਰ ਬਿਮਾਰੀਆਂ ਵੀ ਪੈਦਾ ਹੋ ਸਕਦੀਆਂ। ਤੁਸੀਂ ਚੰਗੇ ਲੋਕ ਹੋ, ਸਿਆਣੇ ਲੋਕ ਹੋ, ਸ਼ਹਿਰ ਵਾਸੀ ਹੋ ਸਾਡੇ, ਤੇ ਤੁਸੀਂ ਇਹ ਆਪਣੀ ਹੜਤਾਲ ਅਜੇ ਬੰਦ ਕਰੋ ਜਾਂ ਮੁਲਤਵੀ ਕਰੋ। ਤੁਹਾਡੀਆਂ ਮੰਗਾਂ ਬਾਰੇ ਅਸੀਂ ਸਰਕਾਰ ਸੀਰੀਅਸਲੀ ਤੇ ਸਿੰਸੀਅਰਲੀ ਧਿਆਨ ਦੇ ਰਹੀ ਹੈ। ਸੋ ਇਹਨਾਂ ਚੰਗੇ ਲੋਕਾਂ ਨੇ ਸਾਡੀ ਗੱਲ ਮੰਨੀ ਹੈ। ਬਾਕੀ ਜ਼ਿਲ੍ਹਿਆਂ ਵਾਂਗ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਦਸਤਕ ਦਿੱਤੀ ਬਲੈਕ ਫੰਗਸ ਨੇ। ਜ਼ਿਲ੍ਹਾ ਗੁਰਦਾਸਪੁਰ ਦੇ ਸਿਵਲ ਸਰਜਨ ਡਾਕਟਰ ਹਰਭਜਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 2 ਸ਼ੱਕੀ ਕੇਸ ਬਲੈਕ ਫੰਗਸ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਵੀ ਆਏ ਨੇ। ਇੱਕ ਦੇ ਸੈਂਪਲ ਲੈ ਕੇ ਲੈਬੋਰੇਟਰੀ ਭੇਜੇ ਨੇ। ਉਹ ਮਰੀਜ਼ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ।
ਦੂਸਰੇ ਮਰੀਜ਼ ਨੂੰ ਕਰੋਨਾ ਤੇ ਬਲੈਕ ਫੰਗਸ ਦੇ ਲੱਛਣ ਨੇ, ਪਰ ਉਸ ਦੇ ਪਰਿਵਾਰ ਵਾਲੇ ਉਸ ਨੂੰ ਘਰ ਹੀ ਰੱਖ ਰਹੇ ਨੇ। ਸਾਡੇ ਵੱਲੋਂ ਬਹੁਤ ਕੋਸ਼ਿਸ਼ ਦੇ ਬਾਅਦ ਵੀ ਪਰਿਵਾਰ ਨੇ ਮਰੀਜ਼ ਨੂੰ ਸਾਡੇ ਕੋਲ ਨਹੀਂ ਲਿਆਂਦਾ। ਬਲੈਕ ਫੰਗਸ ਵੀ ਬਹੁਤ ਘਾਤਕ ਬਿਮਾਰੀ ਹੈ। ਬਲੈਕ ਫੰਗਸ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਇਮਿਊਨਿਟੀ ਬਹੁਤ ਘੱਟ ਹੁੰਦੀ ਹੈ। ਸਾਡੇ ਜ਼ਿਲ੍ਹੇ 'ਚ 2 ਸ਼ੱਕੀ ਪੇਸ਼ੈਂਟ ਆਏ ਆ। ਇੱਕ ਬਟਾਲੇ ਲੀਲ ਕਲਾਂ ਪਿੰਡ ਦਾ, ਉਹਦਾ ਡਾਕਟਰ ਸਾਹਿਬ ਜਿਹੜੇ ਉੱਥੇ ਪ੍ਰਾਈਵੇਟ ਹਸਪਤਾਲ ਵਾਲੇ ਉਹਨਾਂ ਨੇ ਪਸ ਕਲਚਰ ਉਹਨਾਂ ਦਾ ਟੈਸਟ ਕਰਾਉਣ ਲਈ ਭੇਜਿਆ ਹੋਇਆ। ਅੱਜ ਵੀ ਪਤਾ ਕੀਤਾ ਸੀ, ਅਜੇ ਤੱਕ ਪਸ ਦੀ ਉਹਨਾਂ ਨੂੰ ਕਲਚਰ ਦੀ ਰਿਪੋਰਟ ਨਹੀਂ ਮਿਲੀ। ਦੂਸਰਾ ਮਰੀਜ਼ ਨਸ਼ਹਿਰਾ ਮੱਜਾ ਸਿੰਘ ਦੇ ਪਿੰਡ ਬਲਾਕ ਦੇ ਪਿੰਡ ਅਠਵਾਲ ਦਾ ਹੈ। ਉਹ ਕੋਵਿਡ ਪੋਜ਼ਿਟਿਵ ਵੀ ਸੀ, ਕਾਫੀ ਸੀਰੀਅਸ ਉਹਦੀ ਹਾਲਤ ਸੀ, ਉਹਨੂੰ ਸਾਰੀਆਂ ਹੀ ਕਰੋਨਿਕ ਬਿਮਾਰੀਆਂ ਸੀ। ਉਹ ਥੋੜ੍ਹੇ ਦਿਨ ਹਸਪੀਟਲ 'ਚ ਦਾਖਲ ਵੀ ਰਿਹਾ, ਪਰ ਫਿਰ ਉਹਦੇ ਰਿਸ਼ਤੇਦਾਰ ਉਹਨੂੰ ਘਰ ਹੀ ਲੈ ਗਏ। ਸਾਡੀਆਂ ਆਰ ਟੀਮਸ ਨੇ ਉਹਦੇ ਨਾਲ ਵੀਡੀਓ ਕਾਲਿੰਗ ਵੀ ਕੀਤੀ, ਉਹਦੇ ਘਰ ਵੀ ਗਏ, ਉਹਨੂੰ ਕਾਫੀ ਉਹਨੂੰ ਪ੍ਰੇਰਿਤ ਕੀਤਾ ਵੀ ਚਲੋ ਇਹਨੂੰ ਹਾਇਰ ਸੈਂਟਰ ਦੀ ਲੋੜ ਹੈ, ਉੱਥੇ ਇਹਨੂੰ ਦਾਖਲ ਕਰਵਾਇਆ ਜਾਵੇ, ਇਹਦੇ ਟੈਸਟ ਟੁਸਟ ਹੋਣ, ਪਰ ਉਹਨਾਂ ਨੇ ਉਹਨੂੰ ਲਿਜਾਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ। ਪਿਛਲੇ ਦਿਨੀ ਜੋ ਤੂਫਾਨ ਨਾਲ ਮੁੰਬਈ ਵਿੱਚ ਛਿਪ ਡੁੱਬ ਗਿਆ ਸੀ, ਉਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ 2 ਨੌਜਵਾਨ 35 ਸਾਲਾ ਮਨਜੀਤ ਸਿੰਘ ਅਤੇ 45 ਸਾਲਾ ਕੁਲਵਿੰਦਰ ਸਿੰਘ ਵਾਸੀ ਕਾਦੀਆਂ ਦੇ ਨਜ਼ਦੀਕ ਪਿੰਡ ਪਰਥ ਦੇ ਵਸਨੀਕ ਸਨ, ਜੋ ਕਿ 6 ਮਹੀਨੇ ਪਹਿਲਾਂ ਹੀ ਕਿਸੇ ਕੰਪਨੀ ਦੇ ਜ਼ਰੀਏ ਸ਼ਿਪ ਵਿੱਚ ਕੰਮ ਕਰਨ ਲਈ ਗਏ ਸਨ, ਜਿਨ੍ਹਾਂ ਦੀ ਕਿ ਤੂਫਾਨ ਵਿੱਚ ਸ਼ਿਪ ਡੁੱਬਣ ਕਾਰਨ ਮੌਤ ਹੋ ਗਈ ਸੀ। ਅੱਜ ਉਹਨਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਪਰਥ ਪੁੱਜੀਆਂ ਨੇ। ਪਿੰਡ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ। ਦੋਨੋਂ ਮ੍ਰਿਤਕ ਆਪਣੇ ਘਰ ਵਿੱਚ ਇਕੱਲੇ ਹੀ ਕਮਾਉਣ ਵਾਲੇ ਸਨ, ਜੋ ਕਿ ਆਪਣੇ ਪਿੱਛੇ ਛੋਟੇ ਬੱਚਿਆਂ ਨੂੰ ਛੱਡ ਗਏ ਨੇ। ਦੋਨਾਂ ਮ੍ਰਿਤਕ ਨੌਜਵਾਨਾਂ ਦੀਆਂ ਪਤਨੀਆਂ ਰਜਿੰਦਰ ਕੌਰ ਅਤੇ ਰਾਜ ਕੌਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਹੁਤ ਗਰੀਬ ਪਰਿਵਾਰ ਦੇ ਸਨ ਅਤੇ ਇਹਨਾਂ ਦੀ ਮਾਲੀ ਮਦਦ ਕੀਤੀ ਜਾਣੀ ਚਾਹੀਦੀ ਹੈ। ਭਾਜੀ ਮੇਰਾ ਘਰ ਵਾਲਾ ਸਿਪ 'ਚ ਗਿਆ ਸੀ ਤੇ ਸਿਪ ਡੁੱਬ ਗਿਆ, ਉੱਥੇ ਇਦਾਂ ਹੋ ਗਏ। ਮੇਰੇ ਛੋਟੇ ਬੱਚੇ ਆ, ਮੈਂ ਇਹਨਾਂ ਨੂੰ ਸਹਾਰਾ ਦੇਣਾ ਚਾਹੁੰਦੀ ਆ ਕਿ ਤੁਹਾਡੇ ਵੱਲੋਂ ਮੈਂ ਗਰੀਬਣੀ ਬਹੁਤ ਜ਼ਿਆਦੀ ਆ, ਮੈਨੂੰ ਕੋਈ ਥੋੜੀ ਸਹੂਲਤ ਸਰਕਾਰ ਵੱਲੋਂ ਮਿਲਣੀ ਚਾਹੀਦੀ ਆ। ਮੈਂ ਕਿੱਥੇ ਬੱਚੇ ਪਾਲਣੇ ਆ ਹੁਣ? ਅੱਜ ਕੱਲ੍ਹ ਤੇ ਤੁਹਾਨੂੰ ਪਤਾ ਦਿਹਾੜੀ ਦਾ ਕੌਣ ਜਨਾਨੀ ਨੂੰ ਦਿੰਦਾ ਆ, ਤੇ ਬਹੁਤ ਜ਼ਿਆਦੀ ਗਰੀਬ ਆ ਮੈਂ। ਮੇਰੇ ਬੱਚਿਆਂ ਵੱਲ ਦੇਖਿਆ ਜਾਵੇ, ਵੱਧ ਤੋਂ ਵੱਧ ਮੇਰੇ ਬੱਚਿਆਂ ਨੂੰ ਨੌਕਰੀ ਇੱਕ ਅੱਧੇ ਮਿਲਣੀ ਚਾਹੀਦੀ ਆ, ਕਿਉਂਕਿ ਸਾਡੀ ਰੋਜੀ ਰੋਟੀ ਚੱਲਦੀ ਜਾਵੇ। ਹਾਂਜੀ, ਮੇਰੇ ਹਸਬੈਂਡ ਮਨਜੀਤ ਸਿੰਘ ਸ਼ਿਪ ਦੇ ਵਿੱਚ ਗਏ ਸੀ, ਜੋ ਹਾਦਸਾ 17 ਤਰੀਕ ਨੂੰ ਸ਼ਿਪ ਵਿੱਚ ਵਰਤਿਆ ਵਾ, ਉਹਨਾਂ ਦੀ ਮੌਤ ਹੋ ਗਈ ਹੈ। ਮੇਰੀ ਸਰਕਾਰ ਕੋਲੋਂ ਇਹੋ ਮਿਹਨਤ ਤਰਲਾ ਵਾ ਤੇ ਮੇਰੇ ਬੱਚੇ ਛੋਟੇ ਆ ਤੇ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਕਿੰਨਾ ਚਿਰ ਹੋ ਗਿਆ? 5 ਮਹੀਨੇ 6 ਹੋ ਗਏ। ਕੋਰੋਨਾ ਕਾਲ ਦੇ ਵਿੱਚ ਰੂਪਨਗਰ ਦੇ ਵਿੱਚ ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋ ਰਹੇ ਮਰੀਜ਼ਾਂ ਦੇ ਲਈ ਵੱਡੀ ਰਾਹਤ ਭਰੀ ਖਬਰ ਹੈ। ਜੀ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਨੂੰ ਦੇਖਦੇ ਹੋਏ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ 25 ਬੈੱਡਾਂ ਦਾ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਗਿਆ, ਜਿਸ ਦੀ ਆਰੰਭਤਾ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ 23 ਮਈ ਨੂੰ ਕਰਨਗੇ। ਗੁਰਦੁਆਰਾ ਭੱਠਾ ਸਾਹਿਬ ਵਿਖੇ ਤਿਆਰ ਕੀਤੇ ਕੋਵਿਡ ਕੇਅਰ ਸੈਂਟਰ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਕੋਵਿਡ ਕੇਅਰ ਸੈਂਟਰ ਦੀ ਦੇਖ-ਰੇਖ ਕਰਨ ਵਾਲੇ IMA ਰੂਪਨਗਰ ਦੇ ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਲੈਵਲ 1 ਦੇ ਮਰੀਜ਼ਾਂ ਦੇ ਲਈ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਵਿਸ਼ੇਸ਼ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਹੈ, ਜਿੱਥੇ ਮਰੀਜ਼ਾਂ ਨੂੰ ਮੁਫਤ ਦਵਾਈਆਂ, ਖਾਣ ਪੀਣ ਸਭ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਇਸ ਕੋਵਿਡ ਕੇਅਰ ਸੈਂਟਰ ਵਿੱਚ ਰੱਖੇ ਜਾਣ ਵਾਲੇ ਮਰੀਜ਼ 24 ਘੰਟੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਵਿੱਚ ਰਹਿਣਗੇ। ਔਰ ਪਰਸੋਂ ਐਤਵਾਰ ਨੂੰ 1 ਵਜੇ ਇਹ ਜਿਹੜੀ ਹੈ ਅਰਦਾਸ ਕਰਨ ਤੋਂ ਬਾਅਦ ਸ਼ੁਰੂ ਵੀ ਕਰਾਵਾਂਗੇ। ਉਸ ਦਿਨ ਬੀਬੀ ਜਗੀਰ ਕੌਰ ਜੀ ਵੀ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੀ ਦੋਨੇ ਆਉਣਗੇ। ਕੋਈ ਸਮਾਗਮ ਤਾਂ ਅਸੀਂ ਨਹੀਂ ਰੱਖਿਆ, ਕਿਉਂਕਿ ਕੋਵਿਡ ਮਹਾਮਾਰੀ ਦੇ ਵਿੱਚ ਜੋ ਹਦਾਇਤਾਂ ਨੇ ਉਹਦੇ ਮੁਤਾਬਕ ਕੋਈ ਗੈਦਰਿੰਗ ਤਾਂ ਨਹੀਂ ਹੋਏਗੀ, ਪਰ ਗੁਰੂ ਮਹਾਰਾਜ ਦਾ ਆਸਰਾ ਲੈਣ ਵਾਸਤੇ ਤੇ ਸਾਡੀ ਟੀਮ ਦਾ ਹੌਸਲਾ ਅਫਜ਼ਾਈ ਕਰਨ ਵਾਸਤੇ ਉਹ ਦੋਨੇ ਇੱਥੇ ਹਾਜ਼ਰ ਹੋਣਗੇ। ਤੇ ਪਰਸੋਂ 1 ਵਜੇ ਅਸੀਂ ਜਿਹੜੀ ਹੈ ਇਹ ਫੈਸਿਲਿਟੀ ਜਿਹੜੀ ਹੈ ਅਰਦਾਸ ਕਰਕੇ ਤੇ ਸੰਗਤ ਨੂੰ ਸਮਰਪਿਤ ਕਰ ਦਿਆਂਗੇ। ਉਸ ਤੋਂ ਬਾਅਦ ਫਿਰ ਅਸੀਂ ਸੋਮਵਾਰ ਤੋਂ ਅਰਲੀ ਮਾਰਨਿੰਗ ਤੋਂ ਇਹਦੀ ਐਡਮਿਸ਼ਨ ਜਿਹੜੀ ਹੈ, ਕਿਉਂਕਿ ਪਰਸੋਂ ਅਰਦਾਸ ਤੋਂ ਬਾਅਦ ਇੱਕ ਵਾਰੀ ਸੈਨੀਟਾਈਜ਼ ਕਰਕੇ ਸਾਰਾ ਸਿਸਟਮ ਇਨ ਪਲੇਸ ਕਰਕੇ ਤੇ ਸੋਮਵਾਰ ਤੋਂ ਫਿਰ ਜਿਹੜੀ ਹੈ ਪ੍ਰੋਪਰ ਜਿਹੜੀ ਹੈ ਉਹ ਮਰੀਜ਼ਾਂ ਵਾਸਤੇ ਖੋਲ੍ਹ ਦਿਆਂਗੇ। ਪੰਜਾਬ ਵਿੱਚ ਵੱਧ ਰਹੀ ਕੋਰੋਨਾ ਮਹਾਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਲਾਕਡਾਊਨ ਕਾਰਨ ਅਨੇਕਾਂ ਲੋਕ ਬੇਰੁਜ਼ਗਾਰ ਹੋ ਰਹੇ ਨੇ। ਖੰਨਾ ਸ਼ਹਿਰ ਵਿੱਚ GT ਰੋਡ ਤੇ ਇੱਕ ਨਵੀਂ ਮਿਸਾਲ ਦੇਖਣ ਨੂੰ ਮਿਲੀ ਹੈ, ਜਿੱਥੋਂ ਇਨੋਵਾ ਕਾਰ ਮਾਲਕ ਲੱਖਾਂ ਰੁਪਏ ਮਹਿੰਗੀ ਲਗਜ਼ਰੀ ਕਾਰ ਵਿੱਚ ਕੇਲੇ ਵੇਚਣ ਲਈ ਮਜਬੂਰ ਹੈ। ਇਸ ਸੰਬੰਧੀ ਕਾਰ ਮਾਲਕ ਚਿਰਾਗ ਦੀਨ ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਕੋਵਿਡ-19 ਸੰਬੰਧੀ ਜਾਰੀ ਕੀਤੀਆਂ ਗਾਈਡਲਾਈਨਸ ਕਾਰਨ ਗੱਡੀਆਂ ਵਿੱਚ ਸਿਰਫ ਅੱਧੀਆਂ ਸਵਾਰੀਆਂ ਹੀ ਬੈਠ ਸਕਦੀਆਂ ਨੇ, ਜਿਸ ਕਾਰਨ ਖਰਚਾ ਵੱਧ ਗਿਆ ਹੈ ਤੇ ਕਮਾਈ ਬਿਲਕੁਲ ਖਤਮ ਹੋ ਚੁੱਕੀ ਹੈ। ਇਸ ਦੇ ਲਈ ਘਰ ਦਾ ਗੁਜ਼ਾਰਾ ਕਰਨਾ
ਮੁਸ਼ਕਿਲ ਹੋ ਗਿਆ ਹੈ। ਫਾਈਨਾਂਸ ਕੰਪਨੀ ਵੱਲੋਂ ਗੱਡੀ ਦੀ ਕਿਸ਼ਤਾਂ ਜਮ੍ਹਾਂ ਕਰਵਾਉਣ ਲਈ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਉਸਨੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਅਤੇ ਕਿਸ਼ਤਾਂ ਭਰਨ ਲਈ ਗੱਡੀ ਵਿੱਚ ਕੇਲੇ ਵੇਚਣੇ ਸ਼ੁਰੂ ਕਰ ਦਿੱਤੇ ਨੇ। ਚਿਰਾਗਦੀਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੇਰੇ ਵਰਗੇ ਲੋਕਾਂ ਦੀ ਮਾਲੀ ਮਦਦ ਅਤੇ ਰਾਸ਼ਨ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ। ਉਸਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਸਾਡਾ ਕੰਮ ਖੋਲਿਆ ਜਾਵੇ ਜਾਂ ਸਾਡੀ ਕੋਈ ਸਹਾਇਤਾ ਕੀਤੀ ਜਾਵੇ, ਜਿਸ ਦੇ ਨਾਲ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੀਏ। ਉਸਨੇ ਕਿਹਾ ਹੈ ਕਿ ਯੂਪੀ ਨੂੰ ਜਾਣ ਵਾਲੀਆਂ ਬੱਸਾਂ ਵਿੱਚ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਈਆਂ ਜਾਂਦੀਆਂ ਨੇ, ਪਰ ਇਹਨਾਂ ਬੱਸਾਂ ਵਾਲੀਆਂ ਵੱਡੀਆਂ ਕੰਪਨੀਆਂ ਨੂੰ ਕੋਈ ਨਹੀਂ ਪੁੱਛਦਾ। ਇਹਨਾਂ ਉੱਪਰ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਸਾਡੇ ਵਰਗੇ ਗਰੀਬ ਲੋਕਾਂ ਉੱਪਰ ਹੀ ਕਾਨੂੰਨ ਥੋਪੇ ਜਾਂਦੇ ਨੇ। ਸਰ ਮਜਬੂਰੀ ਇਹੀ, ਇੱਕ ਤਾਂ ਘਰ ਦਾ ਖਰਚਾ ਚਲਾਉਣਾ ਜੀ, ਬਿਲਕੁਲ ਠੀਕ ਹੈ, ਹਰ ਸਾਲ ਤੋਂ ਚਲਾਉਣਾ ਹੀ ਚਲਾਉਣਾ, ਬੱਚਿਆਂ ਨੂੰ ਰੋਟੀ ਪਾਣੀ ਦੇਣਾ, ਠੀਕ ਹੈ ਨਹੀਂ। ਦੂਸਰੀ ਮਜਬੂਰੀ ਇਹ ਜਿਹੜੀ ਗੱਡੀ ਦੀ ਕਿਸ਼ਤ ਹੀ 12,000 13,000 ਮਹੀਨੇ ਦੀ ਹੈ, ਉਹ ਵੀ ਹਰ ਹਾਲਤ 'ਚ ਮੈਂ ਭਰਨੀ ਹੀ ਭਰਨੀ ਹੈ ਜੀ, ਠੀਕ ਹੈ। ਉਹਨੂੰ ਅਸੀਂ ਪ੍ਰਾਈਵੇਟ ਫਾਈਨਾਂਸ ਤੋਂ ਗੱਡੀ ਕਿਸੇ ਵੀ ਜ਼ਰੀਏ ਨਹੀਂ ਉਹਨੂੰ ਰੋਕ ਨਹੀਂ ਸਕਦੇ, ਠੀਕ ਹੈ ਜੀ। ਜੇ ਰੋਕਦੇ ਆ ਤਾਂ ਗੱਡੀ ਚੱਕਣ ਲਿਜਾਣ ਨੂੰ ਧਮਕੀ ਦਿੰਦੇ ਨੇ। ਹੋਰ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਿਹੜਾ ਤੁਹਾਨੂੰ ਕਿਵੇਂ ਦਿਮਾਗ 'ਚ ਆਇਆ ਵੀ ਕੇਲੇ ਵੇਚ ਹੀ ਕੰਮ ਚਲਾ ਜਾਵੇ? ਸਰ ਨੋਰਮਲੀ ਇਹ ਹੁੰਦਾ ਵੀ ਚਲੋ ਜਦੋਂ ਕੋਈ ਕੰਮ ਨਹੀਂ ਹੁੰਦਾ ਇਹੀ ਕਹਿੰਦਾ ਵੀ ਚਲੋ ਕਿ ਕੇਲੇ ਹੀ ਵੇਚ ਲੈ, ਠੀਕ ਹੈ ਨਹੀਂ। ਮੈਂ ਸੋਚਿਆ ਚਲੋ ਕੇਲੇ ਵੇਚ ਲੈਂਦੇ ਜੀ। ਫਿਰ ਹੁਣ ਗੱਡੀ ਤਾਂ ਮੇਰੇ ਕੋਲ ਇਨੋਵਾ ਹੀ, ਇਸ ਕਰਕੇ ਮੈਂ ਮਾਲਕ ਆ ਖੁਦ, ਗੱਡੀ ਚੱਕੀ ਜੀ, ਮੰਡੀ ਗਏ ਕੇਲੇ ਭਰ ਲੈਂਦੇ ਸਰ। ਕੋਰੋਨਾ ਮਹਾਮਾਰੀ ਦੇ ਕਾਰਨ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਨੂੰ ਦੇਖਦਿਆਂ ਸਰਕਾਰ ਪੂਰੀ ਤਰ੍ਹਾਂ ਸੰਜੀਦਾ ਹੈ ਅਤੇ ਇਸ ਨੂੰ ਦੇਖਦਿਆਂ ਸਰਕਾਰ ਵੱਲੋਂ ਉਹਨਾਂ ਪਲਾਂਟਾਂ ਨੂੰ ਸ਼ੁਰੂ ਕਰਨ ਦੀ ਫਿਰ ਚਾਲੂ ਕਰਨ ਦੀਆਂ ਮਨਜ਼ੂਰੀਆਂ ਦਿੱਤੀਆਂ ਜਾ ਰਹੀਆਂ ਨੇ ਜੋ ਕਿਸੇ ਕਾਰਨ ਬੰਦ ਪਏ ਸਨ। ਇਸੇ ਤਹਿਤ ਸ਼ਹਿਰ ਦੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਲਿਕੁਇਡ ਦੀ ਘਾਟ ਕਾਰਨ ਬੰਦ ਪਏ ਨਰਾਇਣ ਆਕਸੀਜਨ ਪਲਾਂਟ ਨੂੰ ਵਿਧਾਇਕ ਰਮਿੰਦਰ ਆਵਲਾ ਨੇ ਮੁੜ ਤੋਂ ਚਾਲੂ ਕਰਵਾਇਆ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਹੋ ਰਹੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੰਦ ਪਏ ਆਕਸੀਜਨ ਪਲਾਂਟਾਂ ਨੂੰ ਚਾਲੂ ਕਰਵਾਉਣ ਦੀ ਲੜੀ ਤਹਿਤ ਉਕਤ ਪਲਾਂਟਾਂ ਨੂੰ ਚਾਲੂ ਕਰਵਾਇਆ ਗਿਆ ਅਤੇ ਇਸ ਨਾਲ 1500 ਸਿਲੰਡਰ ਭਰੇ ਜਾਣਗੇ ਅਤੇ ਇੱਥੋਂ 1.5 ਮਹੀਨੇ ਦੀ ਆਕਸੀਜਨ ਦੀ ਪੂਰਤੀ ਹੋ ਸਕੇਗੀ। ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਮੋਬਾਈਲ ਐਂਬੂਲੈਂਸ ਛੋਟਾ ਹਸਪਤਾਲ ਇਲਾਕੇ ਦੇ ਹਰੇਕ ਪਿੰਡ ਵਿੱਚ ਜਾਂ ਲੋਕਾਂ ਨੂੰ ਵੈਕਸੀਨ ਦੇ ਨਾਲ ਟੈਸਟਿੰਗ ਕਰਵਾਉਣ ਤਾਂ ਕਿ ਲੋਕ ਬਿਮਾਰੀ ਨਾਲ ਬਚ ਸਕਣ ਅਤੇ ਨਾਲ ਹੀ ਸਰਕਾਰੀ ਹਸਪਤਾਲ ਦੇ ਵਿੱਚ ਕੋਰੋਨਾ ਪੋਜ਼ਿਟਿਵ ਹੋਏ ਮਰੀਜ਼ਾਂ ਦੇ ਲਈ ਦਵਾਈਆਂ ਦੀਆਂ ਮੁਫਤ ਕਿੱਟਾਂ ਵੀ ਦਿੱਤੀਆਂ ਗਈਆਂ ਨੇ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਇਸ ਤਰ੍ਹਾਂ ਦੀ ਬਿਮਾਰੀ ਦੇ ਕੀਟਾਣੂ ਆਉਂਦੇ ਹਨ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾਇਆ ਜਾਵੇ। ਅਸੀਂ ਸਾਡੀ ਟੀਮ ਨੇ ਜਲਾਲਾਬਾਦ ਜਿਹੜੇ ਪੋਜ਼ਿਟਿਵ ਆਉਂਦੇ ਪਏ ਆ, ਜਿਵੇਂ 300 ਦੇ ਕਰੀਬ ਅਸੀਂ ਪਿੰਡਾਂ 'ਚ ਵੰਡ ਚੁੱਕੇ ਹਾਂ ਸ਼ਹਿਰਾਂ ਵਾਸਤੇ, ਜਿਹਦੇ ਵਿੱਚ ਆਕਸੀਮੀਟਰ ਵੀ ਹੈ, ਥਰਮਾਮੀਟਰ ਵੀ ਹੈ, ਸਟੀਮ ਲੈਣ ਵਾਸਤੇ ਸਟੀਮਰ ਵੀ, ਔਰ ਸਾਰੀਆਂ ਮੈਡੀਸਿਨਸ ਨੇ ਉਹ ਅਸੀਂ ਸ਼ਹਿਰ ਦੇ ਲਈ ਬਣਵਾਈਆਂ ਔਰ ਨਾਲ ਸੈਨੀਟਾਈਜ਼ਰ ਸ਼ਹਿਰ ਦੇ ਵਿੱਚ ਡਿਸਟ੍ਰੀਬਿਊਟ ਕਰਦੇ ਪਏ। ਸਭ ਤੋਂ ਪਹਿਲਾਂ ਅਸੀਂ ਹਸਪੀਟਲ ਦੇ ਵਿੱਚ ਸ਼ੁਰੂ ਕੀਤੇ ਹੈ ਔਰ ਅੱਜ ਇੱਕ ਹੋਰ ਖੁਸ਼ਖਬਰੀ ਦੀ ਗੱਲ ਦੱਸਦਾ ਕਿ ਜਿਹੜਾ ਆਕਸੀਜਨ ਦਾ ਇੱਥੇ ਪਲਾਂਟ ਅਸੀਂ ਸ਼ੁਰੂ ਕਰਤਾ ਹੋਇਆ। ਤਕਰੀਬਨ 1500 ਦੇ ਕਰੀਬ ਸਾਡੇ ਕੋਲ ਸਿਲੰਡਰ ਇੱਥੇ ਆਕਸੀਜਨ ਦੇ 2 ਦਿਨਾਂ ਦੇ ਵਿੱਚ ਤਿਆਰ ਹੋ ਜਾਣਗੇ। ਅਸੀਂ ਆਕਸੀਜਨ ਦੀ ਬਿਲਕੁਲ ਕਮੀ ਨਹੀਂ ਆਉਣ ਦਿਆਂਗੇ। ਮੁਲਕ ਦੀ ਰਾਜਧਾਨੀ ਦਿੱਲੀ ਵਿੱਚ ਵੈਕਸੀਨੇਸ਼ਨ ਦੀ ਕਮੀ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਲੱਗੇ ਪੋਸਟਰਾਂ ਨੇ ਅਤੇ ਪੋਸਟਰ ਲਗਵਾਉਣ ਵਾਲਿਆਂ ਤੇ ਦਰਜ ਪਰਚਿਆਂ ਨੇ ਜਿੱਥੇ ਪੂਰੇ ਮੁਲਕ 'ਚ ਚਰਚਾ ਛੇੜ ਦਿੱਤੀ ਹੈ, ਉੱਥੇ ਹੁਣ ਪੰਜਾਬ ਦੇ ਵਿੱਚ ਵੀ ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰ ਅਤੇ ICU ਦੀ ਕਮੀ ਸੰਬੰਧੀ ਪੋਸਟਰ ਮੁਹਿੰਮ ਸ਼ੁਰੂ ਹੋਈ ਹੈ। ਅਜਿਹੇ ਹੀ ਪੋਸਟਰ ਆਮ ਆਦਮੀ ਪਾਰਟੀ ਵੱਲੋਂ ਰੂਪਨਗਰ ਦੇ ਵਿੱਚ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਰੋਪੜ 'ਚ ਸਰਕਾਰੀ ਹਸਪਤਾਲ ਰੋਪੜ ਦੀ ਫੋਟੋ ਛਾਪ ਕੇ ਲੱਗੇ ਪੋਸਟਰਾਂ ਤੇ ਸੂਬੇ ਦੇ ਮੁੱਖ ਮੰਤਰੀ ਨੂੰ ਸਵਾਲ ਪੁੱਛੇ ਗਏ ਨੇ ਕਿ ਕੈਪਟਨ ਸਾਹਿਬ ਸਰਕਾਰੀ ਹਸਪਤਾਲ ਰੋਪੜ ਦੇ ਵੈਂਟੀਲੇਟਰ ਤੇ ICU ਕਦੋਂ ਚੱਲਣਗੇ। ਸਰਕਾਰ ਦਾ ਧਿਆਨ ਇਹਨਾਂ ਲੋੜਾਂ ਵੱਲ ਖਿੱਚਣ ਲਈ ਇਹ ਪੋਸਟਰ ਮੁਹਿੰਮ ਚਲਾਉਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਮਾਜਿਕ ਕਾਰਜਕਰਤਾ ਵਕੀਲ ਦਿਨੇਸ਼ ਚੱਡਾ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲ 'ਚ ਵੈਂਟੀਲੇਟਰ ਤੇ ICU ਚੱਲਦੇ ਨਾ ਹੋਣ ਕਰਕੇ ਸਧਾਰਨ ਵਿਅਕਤੀਆਂ ਨੂੰ ਅਤੀ ਦਰਜੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੀ ਮੌਤ ਦਰ ਸਾਰੇ ਮੁਲਕ ਤੋਂ ਵੱਧ ਹੈ। ਰੋਪੜ ਸ਼ਹਿਰ 'ਚ ਸਰਕਾਰ ਨੂੰ ਝੰਜੋੜਨ ਲਈ ਜ਼ਿਲ੍ਹਾ ਸੈਕਟਰੀਏਟ ਦੇ ਬਾਹਰ ਪ੍ਰਮੁੱਖ ਲੀਡਰਾਂ ਅਤੇ ਅਫਸਰਾਂ ਦੀਆਂ ਕੋਠੀਆਂ ਦੇ ਬਾਹਰ ਰਾਹਾਂ ਤੇ ਸਵਾਲ ਪੁੱਛਦੇ ਹੋਏ ਇਹ ਸੈਂਕੜੇ ਪੋਸਟਰ ਲਗਾਏ ਹੋਏ ਦਿਖਾਈ ਦੇ ਰਹੇ ਨੇ। ਕੋਈ ਪੋਸਟਰ ਲਾਉਣ ਦਾ ਕਾਰਨ ਇਹ ਹੈ ਕਿ ਸਾਡੇ ਕੋਲੇ ਹਰ ਰੋਜ਼ ਐਸੇ ਕੇਸ ਦੇਖਣ ਨੂੰ ਮਿਲ ਰਹੇ ਹੈ ਜਿਹੜੇ ਕਿ ਆਮ ਗਰੀਬ ਲੋਕ ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਰੋਜ਼ ਦਾ 30,000 50,000 ਲੱਖ ਰੁਪਏ ਤੱਕ ਜਿਹੜਾ ਉਹ ਅਦਾ ਕਰਨਾ ਪੈ ਰਿਹਾ। ਉਹਦਾ ਕਾਰਨ ਇੱਕੋ ਇੱਕ ਹੈ ਕਿ ਜਿਹੜੇ ਸਰਕਾਰੀ ਹਸਪੀਟਲ ਦੇ ਵਿੱਚ ਵੈਂਟੀਲੇਟਰ ਹੈ ICU ਹੈ ਉਹ ਚੱਲ ਨਹੀਂ ਰਹੇ। ਪੰਜਾਬ ਦੇ ਵਿੱਚ ਸਿਰਫ ਮੈਂ ਕਹਿੰਦਾ ਵੀ 5 ਜ਼ਿਲ੍ਹੇ ਹੈ ਜਿਨ੍ਹਾਂ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ ICU ਚੱਲਦੇ ਆ। ਉਹ 5 ਦੇ ਵਿੱਚੋਂ ਵੀ 3 ਤਾਂ ਗਵਰਨਮੈਂਟ ਮੈਡੀਕਲ ਕਾਲਜ ਹੈ। ਇਸੇ ਤਰ੍ਹਾਂ 8 ਜ਼ਿਲ੍ਹਿਆਂ ਦੇ ਵਿੱਚ ਵੈਂਟੀਲੇਟਰ ਹੈ, ਉਹ 8 ਦੇ ਵਿੱਚੋਂ ਵੀ ਜਿਹੜੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪੀਟਲ ਹੈ ਉਹ 3 ਹੈ। ਬਾਕੀ ਦੇ ਇੱਕ ਤਾਂ ਬਠਿੰਡਾ ਏਮਜ਼ ਹੈ, 3 ਗਵਰਨਮੈਂਟ ਮੈਡੀਕਲ ਕਾਲਜ ਹੈ ਤੇ 1-2 ਮਿਲਟਰੀ ਹਸਪੀਟਲ ਹੈ। ਸੋ ਜੇਕਰ ਸਰਕਾਰਾਂ
ਸਰਕਾਰੀ ਹਸਪੀਟਲ ਦੇ ਵਿੱਚ ਇਹ ਸਹੂਲਤਾਂ ਨਹੀਂ ਦੇ ਸਕਦੀਆਂ, ਫਿਰ ਸਰਕਾਰਾਂ ਤੋਂ ਕਰਾਉਣਾ ਕੀ ਹੈ? ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁੱਕਰਵਾਰ ਨੂੰ ਕੋਰੀਆ ਯੁੱਧ ਵਿੱਚ ਬਹਾਦਰੀ ਦਾ ਸਬੂਤ ਦੇਣ ਵਾਲੇ ਰਿਟਾਇਰਡ ਕਰਨਲ ਰਾਲਫ ਪੁਕੇਟ ਜੂਨੀਅਰ ਨੂੰ ਮੈਡਲ ਆਫ ਆਨਰ ਨਾਲ ਸਨਮਾਨਿਤ ਕੀਤਾ ਹੈ। ਬਾਈਡਨ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੈ-ਇਨ ਦੇ ਨਾਲ ਇੱਕ ਸਮਾਰੋਹ ਵਿੱਚ ਇਹ ਮੈਡਲ, ਜੋ ਕਿ ਦੇਸ਼ ਦਾ ਸਰਵਉੱਚ ਸੈਨਿਕ ਸਨਮਾਨ ਹੈ, ਪੁਕੇਟ ਨੂੰ ਭੇਟ ਕੀਤਾ ਹੈ। ਬਾਈਡਨ ਨੇ ਕਿਹਾ ਕਿ ਪੁਕੇਟ ਦਾ ਸਨਮਾਨ 70 ਸਾਲਾਂ ਤੋਂ ਬਕਾਇਆ ਹੈ ਅਤੇ ਉਸ ਦੀ ਬਹਾਦਰੀ ਨੂੰ ਸਨਮਾਨ ਦੇ ਕੇ ਉਹ ਮਾਣ ਮਹਿਸੂਸ ਕਰ ਰਹੇ ਨੇ। ਵਾਈਟ ਹਾਊਸ ਅਨੁਸਾਰ ਪੁਕੇਟ ਨੂੰ 25 ਅਤੇ 26 ਨਵੰਬਰ 1950 ਦੀ ਮਿਆਦ ਦੇ ਦੌਰਾਨ ਕੋਰੀਆ ਵਿੱਚ 8ਵੀਂ US ਆਰਮੀ ਰੇਂਜਰ ਕੰਪਨੀ ਦੇ ਕਮਾਂਡਰ ਵਜੋਂ ਸੇਵਾ ਨਿਭਾਉਂਦੇ ਹੋਏ ਬਹਾਦਰੀ ਅਤੇ ਸਵੈਮਾਣ ਦੇ ਕੰਮਾਂ ਲਈ ਮੈਡਲ ਆਫ ਆਨਰ ਮਿਲਿਆ ਹੈ। ਲੜਾਈ ਦੌਰਾਨ ਪਾਕੇਟ ਜਾਣਬੁੱਝ ਕੇ ਇੱਕ ਖੁੱਲੇ ਖੇਤਰ ਵਿੱਚ 3 ਵਾਰ ਦੌੜਿਆ, ਜਿਸ ਨਾਲ ਸੈਨਾ ਦੇ ਰੇਂਜਰ ਨੇ ਦੁਸ਼ਮਣ ਦੀ ਸਥਿਤੀ ਨੂੰ ਲੱਭਣ ਅਤੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲੜਾਈ ਦੌਰਾਨ ਪਾਕੇਟ ਜ਼ਖਮੀ ਵੀ ਹੋਏ ਸਨ ਅਤੇ ਬਾਈਡਨ ਨੇ ਕਿਹਾ ਕਿ ਪਾਕੇਟ ਦੀ ਬਹਾਦਰੀ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਮੂਨ ਨੇ ਵੀ ਅਮਰੀਕੀ ਕੋਰੀਆ ਗੱਠਜੋੜ ਦੀ ਤਾਕਤ ਅਤੇ ਪੁਕੇਟ ਨੂੰ ਉਸ ਦੀ ਸੇਵਾ ਲਈ ਧੰਨਵਾਦ ਕੀਤਾ ਹੈ। ਮੈਡਲ ਆਫ ਆਨਰ ਉਹਨਾਂ ਹਥਿਆਰਬੰਦ ਸੈਨਾ ਦੇ ਮੈਂਬਰਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਬਹਾਦਰੀ ਦੀ ਮਿਸਾਲ ਪੈਦਾ ਕੀਤੀ ਹੋਵੇ। ਪੁਕੇਟ 1971 ਵਿੱਚ ਡਿਊਟੀ ਤੋਂ ਸੇਵਾ ਮੁਕਤ ਹੋ ਗਿਆ ਸੀ ਅਤੇ 1992 ਵਿੱਚ ਉਸ ਨੂੰ US ਆਰਮੀ ਰੇਂਜਰ ਹਾਲ ਆਫ ਫੇਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਸ ਨੂੰ 2004 ਵਿੱਚ ਵੀ ਯੂਨਾਈਟਿਡ ਸਟੇਟ ਮਿਲਟਰੀ ਅਕੈਡਮੀ ਦਾ ਇੱਕ ਵਿਲੱਖਣ ਗ੍ਰੈਜੂਏਟ ਚੁਣਿਆ ਗਿਆ ਅਤੇ ਪੱਛਮੀ ਹੈਮਿਸਫੇਰ ਇੰਸਟੀਚਿਊਟ ਦੁਆਰਾ ਗੁੱਡਵਿਲ ਰਾਜਦੂਤ ਨਿਯੁਕਤ ਕੀਤਾ ਗਿਆ। ਇਸ ਦੇ ਇਲਾਵਾ ਪਾਕੇਟ ਨੇ ਸੁਰੱਖਿਆ ਸਹਿਯੋਗ ਲਈ ਅਤੇ 2007 ਵਿੱਚ ਇਨਫੈਂਟਰੀ ਦਾ ਡਗਪੁਆਈ ਅਵਾਰਡ ਵੀ ਪ੍ਰਾਪਤ ਕੀਤਾ ਹੈ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਕਰੋ ਸਬਸਕ੍ਰਾਈਬ। ਧੰਨਵਾਦ।